सत श्री अकाल जी सारिਆਂ ਨੂੰ। मैं सुखजिंदर सिंह मैथ मास्टर सरकारी सैकेंडरी स्कूल बोरछरी। ਅੱਜ ਆਪਾਂ 1/8/2021 ਐਤਵਾਰ ਨੂੰ NTSC ਦਾ ਜੋ ਗੂਗਲ ਸ਼ੀਟ ਦੇ ਉੱਤੇ ਟੈਸਟ ਆਇਆ ਸੀ ਉਸ ਚੀਜ਼ ਨੂੰ ਅਸੀਂ ਹੱਲ ਕਰਾਂਗੇ। ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਸਵਾਲ ਹੈ। ਇੱਕ ਚੱਕਰ ਜਿਸ ਦੇ 8 ਹਿੱਸੇ ਕੀਤੇ ਗਏ ਨੇ, 7 ਹਿੱਸਿਆਂ ਦੇ 6 ਹਿੱਸੇ ਕੀਤੇ ਗਏ ਨੇ ਤੇ ਹਰ ਇੱਕ ਹਿੱਸੇ ਦੇ ਵਿੱਚ ਇੱਕ ਸੰਖਿਆ ਭਰੀ ਗਈ ਹੈ ਤੇ ਅਖੀਰਲੇ ਇੱਕ ਹਿੱਸੇ ਦੇ ਵਿੱਚ ਸੰਖਿਆ ਨਹੀਂ ਹੈ। ਅਸੀਂ ਆਪਸ਼ਨਾਂ ਵਿੱਚੋਂ ਦੱਸਣਾ ਵੀ ਕਿਹੜੀ ਸੰਖਿਆ ਇੱਥੇ ਭਰੀ ਜਾਵੇਗੀ। ਤਾਂ ਅਸੀਂ ਦੇਖਦੇ ਹਾਂ, ਪਹਿਲਾਂ ਅਸੀਂ ਆਪਸੀ ਸੰਬੰਧ ਦੇਖਾਂਗੇ ਇਹਨਾਂ ਦੇ। 4 ਤੋਂ ਬਾਅਦ 9, 9 ਤੋਂ 20, 4 5 9, 9 ਤੇ 11 20, 20 ਤੇ 23 43, ਪਰ ਇਸ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਬਣਦਾ। ਹੋਰ ਅਸੀਂ ਦੇਖਦੇ ਹਾਂ, ਤਾਂ ਇਸ ਨੂੰ ਥੋੜ੍ਹਾ ਧਿਆਨ ਨਾਲ ਸੋਚੋ ਅਤੇ ਜਦੋਂ ਤੁਸੀਂ ਸੋਚੋਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਕੁਦਰਤੀ ਆ ਵੀ ਕੋਈ ਨਾ ਕੋਈ ਇਸ ਨੂੰ ਸੰਖਿਆ ਨੂੰ ਲੱਭਣ ਦਾ ਕੋਈ ਨਾ ਕੋਈ ਤਰੀਕਾ ਤੁਹਾਡੇ ਮਨ ਦੇ ਵਿੱਚ ਲਾਜ਼ਮੀ ਆਵੇਗਾ। ਤਾਂ ਇਸ ਸਵਾਲ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ 4 ਤੋਂ ਬਾਅਦ 9 ਹੈ। ਜੇ ਅਸੀਂ ਦੇਖੀਏ 4 ਦੂਣੀ 8, 4 ਗੁਣਾ 2 ਪਲੱਸ 1, 4 ਦੂਣੀ 8, 8 ਤੇ 1 9। ਇਸੇ ਤਰ੍ਹਾਂ ਹੀ 9 ਤੋਂ ਅੱਗੇ 9 ਦੂਣੀ 18, 18 ਤੇ 2 20, 18 ਤੇ 2 20, 20 ਦੂਣਾ 40, 40 ਤੇ 3 43। ਅੱਗੇ ਅਸੀਂ ਦੇਖਦੇ ਹਾਂ 43 ਨੂੰ ਜੇ ਅਸੀਂ 2 ਨਾਲ ਗੁਣਾ ਕਰੀਏ, 43 ਦੂਣਾ 86, 86 ਤੇ 4 90। ਤਾਂ ਇੱਕ ਸੀਰੀਜ਼ ਬਣਦੀ ਜਾ ਰਹੀ ਆ। ਇਸੇ ਤਰ੍ਹਾਂ ਹੀ ਐਂਡ 'ਤੇ ਅਸੀਂ ਦੇਖਾਂਗੇ 90 ਗੁਣਾ 2 ਜੋੜ ਅਸੀਂ ਕਿੰਨਾ ਕਰਾਂਗੇ 5, ਕਿਉਂਕਿ ਪਹਿਲੀ ਵਾਰ ਅਸੀਂ 1 ਜੋੜਿਆ, ਫਿਰ 2 ਜੋੜਿਆ, ਫਿਰ 3, ਫਿਰ 4, ਫਿਰ 5, 2 ਨਾਲ ਗੁਣਾ ਹੋ ਰਹੀ ਹੈ। ਤਾਂ 90 ਦੂਣਾ 180, 180 ਤੇ 5 185। ਤਾਂ ਜਿਹੜਾ ਸਾਡਾ ਉੱਤਰ ਹੋਵੇਗਾ ਉਹ 185 ਹੋਵੇਗਾ। ਇਹਦੇ ਵਿੱਚ ਜਿਹੜਾ ਸਾਡਾ ਸਹੀ ਉੱਤਰ ਹੋਵੇਗਾ ਉਹ ਕੀ ਹੋਵੇਗਾ 185। ਤਾਂ ਬੜਾ ਹੀ ਯਾਨੀ ਕਿ ਇੰਟਰਸਟਿੰਗ ਅਤੇ ਸੌਖਾ ਸਵਾਲ ਸੀਗਾ। ਇਸ ਤੋਂ ਅਸੀਂ ਹੁਣ ਅਗਲੇ ਸਵਾਲ 'ਤੇ ਚੱਲਦੇ ਆਂਗੇ। ਦੂਸਰਾ ਸਵਾਲ ਤੁਹਾਡੀ ਸਕਰੀਨ ਦੇ ਉੱਤੇ ਹੈ। ਇਸ ਦੇ ਵਿੱਚ ਸਾਡੇ ਕੋਲ ਤਿਕੋਣਾਂ ਦਿੱਤੀਆਂ ਹੋਈਆਂ ਨੇ 3, ਉਹਨਾਂ ਦੇ ਬਾਹਰ ਹਰੇਕ ਭੁਜਾ ਦੇ ਸਾਹਮਣੇ ਵੈਲਿਊ ਦਿੱਤੀ ਹੋਈ ਹੈ ਅਤੇ ਇੱਕ ਅੰਦਰ ਸੰਖਿਆ ਲਿਖੀ ਹੋਈ ਹੈ। ਅਤੇ ਤੀਸਰੀ ਜਿਹੜੀ ਤਿਕੋਣ ਦਾ ਆਕਾਰ ਆ ਉਹਦੇ ਇੱਕ ਭੁਜਾ ਦੇ ਬਾਹਰ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਅਸੀਂ ਉੱਥੇ ਦੱਸਣਾ ਵੀ ਕਿਹੜੀ ਇੱਕ ਸਹੀ ਸੰਖਿਆ ਆ ਸਕਦੀ ਹੈ। ਤਾਂ ਅਸੀਂ ਦੇਖਦੇ ਹਾਂ ਕਿ ਕੋਈ ਨਾ ਕੋਈ ਸੰਬੰਧ ਇਹਨਾਂ ਦੇ ਵਿੱਚ ਹੋਵੇਗਾ। ਤਾਂ ਸੋਚੋ ਤੁਸੀਂ ਕੀ ਸੰਬੰਧ ਹੋ ਸਕਦਾ। ਪਹਿਲਾਂ ਪਹਿਲੇ ਚਿੱਤਰ ਨੂੰ ਅਤੇ ਦੂਜੇ ਚਿੱਤਰ ਨੂੰ ਆਪਸੀ, ਕਿਉਂਕਿ ਆਪਸੀ ਕੋਈ ਨਾ ਕੋਈ ਸੰਬੰਧ ਹੁੰਦਾ, ਉਹਨੂੰ ਅਸੀਂ ਧਿਆਨ ਨਾਲ ਦੇਖਾਂਗੇ, ਫਿਰ ਅਸੀਂ ਦੇਖਾਂਗੇ ਵੀ ਕੀ ਹੋ ਸਕਦਾ ਗਾ। ਤਾਂ ਅਸੀਂ ਸੋਚਦੇ ਆਂਗੇ। ਤਾਂ ਇਸ ਸਵਾਲ ਦੇ ਵਿੱਚ ਪਿਆਰੇ ਵਿਦਿਆਰਥੀਓ ਕੋਈ ਨਾ ਕੋਈ ਸੰਬੰਧ ਲਾਜ਼ਮੀ ਹੋਵੇਗਾ। ਤਾਂ ਅਸੀਂ ਪਹਿਲੇ ਚਿੱਤਰ ਨੂੰ ਧਿਆਨ ਨਾਲ ਦੇਖੋ। ਨੀਚੇ 5 ਆ ਰਿਹਾ ਗਾ। ਜੇਕਰ ਅਸੀਂ 20 ਅਤੇ 15 ਨੂੰ ਜੋੜ ਲਈਏ, ਜੇਕਰ ਅਸੀਂ 20 ਅਤੇ 15 ਨੂੰ ਜੋੜੀਏ, 20 ਅਤੇ 15 ਕਿੰਨੇ ਹੋ ਗਏ 35, ਅਤੇ 35 ਦੇ ਵਿੱਚੋਂ 30 ਘਟਾਈਏ ਤਾਂ ਕਿੰਨੇ ਬਚ ਗਏ 5। ਠੀਕ, ਇਸੇ ਤਰ੍ਹਾਂ ਹੀ ਜੇ ਅਸੀਂ 10 ਅਤੇ 8 ਨੂੰ ਜੋੜੀਏ, 10 ਅਤੇ 8, ਜੇ 10 ਅਤੇ 8 ਨੂੰ ਜੋੜੀਏ, 10 ਅਤੇ 8 18, ਅਤੇ 18 ਚੋਂ 12 ਘਟਾਏ 6, 18 ਚੋਂ 12 ਘਟਾਏ 6 ਆ ਗਏ। ਅਤੇ ਇਸੇ ਤਰ੍ਹਾਂ ਹੀ ਤਾਂ ਫਿਰ ਇੱਥੇ ਕਿੰਨਾ ਹੋ ਸਕਦਾ, ਤਾਂ ਇੱਥੇ ਆਵੇਗਾ 4, 8 ਅਤੇ 4, 8 ਅਤੇ 4 12, ਅਤੇ 12 ਦੇ ਵਿੱਚੋਂ 2 ਘਟਾਵਾਂਗੇ ਕਿੰਨਾ ਬਚ ਗਿਆ 10। ਤਾਂ ਇਹ ਇੱਕ ਵਧੀਆ ਯਾਨੀ ਕਿ ਸਮਿਟਰੀ ਬਣ ਰਹੀ ਹੈ ਸਾਰਿਆਂ ਦੇ ਵਿੱਚ। ਦੁਬਾਰਾ ਫਿਰ ਮੈਂ ਦੱਸ ਰਿਹਾ, 20 10 30 ਅਤੇ 35, 35 ਚੋਂ 30 ਘਟਾਏ 5, 10 ਅਤੇ 8 18, 18 ਚੋਂ 12 ਘਟਾਏ 6। ਇਸੇ ਤਰ੍ਹਾਂ ਹੀ ਜੇਕਰ ਇੱਥੇ 4 ਹੋਵੇਗਾ, 8 ਅਤੇ 4 12, 12 ਚੋਂ 10 ਘਟਾਏ 2, 12 ਚੋਂ 2 ਘਟਾਏ 10। ਤਾਂ ਇਸ ਲਈ ਸਾਡਾ ਆਨਸਰ ਆ ਜਿਹੜਾ 4 ਹੋਵੇਗਾ। ਅਤੇ ਉਮੀਦ ਹੈ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਅਗਲੇ ਸਵਾਲ 'ਤੇ ਚੱਲਾਂਗੇ। ਅਗਲਾ ਸਾਡਾ ਤੀਸਰਾ ਸਵਾਲ। ਤੀਸਰੇ ਸਵਾਲ ਦੇ ਵਿੱਚ ਉਹਨਾਂ ਨੇ ਦੱਸਿਆ ਵੀ A, B ਅਤੇ C ਜਾਂ ਦਾ ਟੋਟਲ ਆਫ ਦੀ ਏਜਸ, 3 ਜਿਹੜੇ ABC
ਹੈਗੇ ਨੇ ਉਹਨਾਂ ਦੀ ਜਿਹੜੀ ਉਮਰਾਂ ਦਾ ਜੋੜ 80 ਸਾਲ ਹੈ। ਉਮਰਾਂ ਦਾ ਜੋੜ ਹੈਗਾ 80 ਸਾਲ। ਤਿੰਨਾਂ ਦੀ ਉਮਰਾਂ ਦਾ ਜੋੜ ਜਿਹੜਾ 80 ਸਾਲ ਆ। ਤਾਂ ਹੁਣ ਤੁਸੀਂ ਧਿਆਨ ਦਿਓ 3 ਸਾਲ ਪਹਿਲਾਂ ਜੇਕਰ ਅਸੀਂ ਹਰੇਕ ਦੀ A B ਤੇ C ਤੇ C ਦੀ ਜਾਣੀ ਕਿ 3-3 ਸਾਲ ਪਹਿਲਾਂ ਦੀ ਜੇ ਉਮਰ ਆਪਾਂ ਦੇਖਾਂਗੇ ਤਾਂ 3-3 ਸਾਲ ਘੱਟ ਜੂਗੀ। 3 ਸਾਲ A ਦੀ ਘੱਟ ਜੂ, 3 ਸਾਲ B ਦੀ ਘੱਟ ਜੂ, 3 ਸਾਲ C ਦੀ ਘੱਟ ਜੂ, ਤਾਂ ਟੋਟਲ ਕਿੰਨੀ ਘੱਟ ਗਈ? 9 ਸਾਲ ਉਮਰ ਘੱਟ ਗਈ। ਜੇਕਰ ਅਸੀਂ ਤਿੰਨਾਂ ਦੀ ਕੁੱਲ ਉਮਰ ਦੱਸ ਰਹੇ ਹਾਂ ਤਾਂ ਇਹਦਾ ਮਤਲਬ ਤਿੰਨਾਂ ਦੀ ਕੁੱਲ ਉਮਰ 9 ਸਾਲ ਘੱਟ ਗਈ। ਤਾਂ 3 ਸਾਲ ਪਹਿਲਾਂ ਉਹਨਾਂ ਦੀ ਉਮਰਾਂ ਦਾ ਜੋੜ, ਕਿਉਂਕਿ ਵਰਤਮਾਨ ਸਮੇਂ 80 ਸਾਲ ਹੈ, ਤਾਂ 3 ਸਾਲ ਪਹਿਲਾਂ ਕਿੰਨਾ ਹੋਏਗਾ? 3 ਸਾਲ 80 ਚੋਂ ਅਸੀਂ 9 ਘਟਾ ਦਿਆਂਗੇ ਤਾਂ ਸਾਡਾ ਉੱਤਰ ਕਿੰਨਾ ਆ ਜਾਏਗਾ? 71 ਸਾਲ। ਤਾਂ ਇਸ ਤਰ੍ਹਾਂ ABC ਦੀ ਉਮਰਾਂ ਦੀ 3 ਸਾਲ ਪਹਿਲਾਂ ਦਾ ਜੋੜ ਆ ਜਿਹੜਾ 71 ਸਾਲ ਹੋਵੇਗਾ। ਅਗਲਾ ਸਵਾਲ ਦੇਖਦੇ ਆਂਗੇ। ਅਗਲੇ ਸਵਾਲ ਦੇ ਵਿੱਚ ਇਹਨਾਂ ਨੇ ਸਾਡੇ ਕੋਲ ਸਟੇਟਮੈਂਟ ਹੈਗੀ ਇਫ ਪਲੱਸ ਮੀਨਜ਼, ਪਲੱਸ ਦਾ ਮਤਲਬ ਘਟਾ, ਗੁਣਾ ਦਾ ਮਤਲਬ ਵੰਡ, ਘਟਾਓ ਦਾ ਮਤਲਬ ਜੋੜ ਅਤੇ ਵੰਡ ਦਾ ਮਤਲਬ ਗੁਣਾ। ਤਾਂ ਸਾਡੇ ਕੋਲ ਰਕਮ ਦਿੱਤੀ ਇਹਨਾਂ ਨੇ 67 67। 67 ਜੋੜ ਦੀ ਥਾਂ 'ਤੇ ਅਸੀਂ ਕੀ ਲਾ ਦਿਆਂਗੇ? ਕਿਉਂਕਿ ਜੋੜ ਦਾ ਮਤਲਬ ਘਟਾਓ ਆ ਤਾਂ ਜੋੜ ਦੀ ਥਾਂ 'ਤੇ ਮਾਈਨਸ ਆ ਗਿਆ। 45 ਘਟਾ ਆ ਗਿਆ, ਘਟਾ ਦੀ ਥਾਂ 'ਤੇ ਫਿਰ ਅਸੀਂ ਕੀ ਕਰ ਦਿਆਂਗੇ? ਘਟਾ ਦੀ ਥਾਂ 'ਤੇ ਜੋੜ ਲਾਵਾਂਗੇ, ਕਿਉਂਕਿ ਮਾਈਨਸ ਮੀਨਸ ਪੋਜ਼ੀਟਿਵ। 45 ਪਲੱਸ 4 ਹੋ ਗਿਆ, ਅਤੇ ਪਲੱਸ ਦੀ ਥਾਂ 'ਤੇ ਫਿਰ ਅਸੀਂ ਕੀ ਲਾਵਾਂਗੇ? ਮਾਈਨਸ ਲਾਵਾਂਗੇ। ਤਾਂ ਅਸੀਂ ਇਹਨੂੰ ਹੱਲ ਕਰ ਲੈਂਦੇ ਹੈਗੇ। ਹੁਣ ਤੁਹਾਡੇ ਸਾਹਮਣੇ ਜੋੜ ਵਾਲੀਆਂ ਰਕਮਾਂ ਦਾ ਅਸੀਂ ਜੋੜ ਕਰ ਲਾਂਗੇ। 67 3 70 ਅਤੇ 71 ਬਣ ਗਈਆਂ। 71 ਦੇ ਵਿੱਚੋਂ ਅਸੀਂ 39 5 50 ਅਤੇ 2 52 52 ਘਟਾ ਦੇਵਾਂਗੇ। 11 'ਚੋਂ 2 ਘਟਾਏ 9 ਰਹਿ ਗਏ 6 6 'ਚੋਂ 5 ਘਟਾਏ 1, ਤਾਂ ਜਿਹੜਾ ਸਾਡਾ ਆਨਸਰ ਕਿੰਨਾ ਆਵੇਗਾ? 19 ਸਾਡਾ ਉੱਤਰ ਆ ਜਾਵੇਗਾ। ਬੜਾ ਹੀ ਸੌਖਾ ਸਵਾਲ ਸੀ। ਜਿਸ ਤਰ੍ਹਾਂ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਸਾਨੂੰ ਸਿੰਬਲਾਂ ਨੂੰ ਚੇਂਜ ਕਰਨਾ ਕਿਹਾ ਹੈ, ਉਸੇ ਤਰ੍ਹਾਂ ਹੀ ਅਸੀਂ ਰਕਮ ਦੇ ਵਿੱਚ ਬਦਲ ਦਿੱਤੇ। ਪਲੱਸ ਦੀ ਥਾਂ 'ਤੇ ਅਸੀਂ ਮਾਈਨਸ ਲਾਤਾ, ਮਾਈਨਸ ਦੀ ਥਾਂ 'ਤੇ ਪਲੱਸ ਲਾਤਾ, ਫਿਰ ਅਸੀਂ ਪਲੱਸ ਦੀ ਥਾਂ 'ਤੇ ਮਾਈਨਸ ਲਾਤਾ। ਤਾਂ 67 ਪਲੱਸ 45 ਮਾਈਨਸ 4 ਪਲੱਸ 7 ਦੀ ਥਾਂ 'ਤੇ 67 ਮਾਈਨਸ 45 ਪਲੱਸ 4 ਐਂਡ ਮਾਈਨਸ 7 ਬਣ ਗਿਆ। ਇਸ ਨੂੰ ਅਸੀਂ ਆਸਾਨੀ ਨਾਲ ਕੈਲਕੂਲੇਟ ਕਰ ਲਿਆ ਅਤੇ ਸਾਡਾ ਉੱਤਰ ਜਿਹੜਾ 19 ਆ ਗਿਆ। ਅਸੀਂ ਅਗਲੇ ਸਵਾਲ 'ਤੇ ਚੱਲਦੇ ਹਾਂਗੇ। ਹਾਂਜੀ, ਸਾਡਾ ਅਗਲਾ ਸਵਾਲ ਹੈਗਾ ਇਸ ਸਵਾਲ ਦੇ ਵਿੱਚ ਸਾਨੂੰ 0 ਇਜ਼ ਰਿਪਲੇਸਡ ਬਾਈ 1, 1 is replaced by 2, 2 is replaced by 3, 3 is replaced by 4, 4 is replaced by 5, 5, 6, 6 by 7, 7 by 8, 8 by 9, 9 by 0। ਤਾਂ ਅਸੀਂ ਚੇਂਜ ਕਰਨਾ ਇਹਦੇ ਵਿੱਚ। ਜਿਸ ਤਰ੍ਹਾਂ 78 ਲਿਖਿਆ ਹੋਏਗਾ ਤਾਂ 78 ਨੂੰ ਅਸੀਂ ਕੀ ਲਿਖਾਂਗੇ? 78 ਨੂੰ, ਕਿਉਂਕਿ 7 ਨੂੰ ਅਸੀਂ ਕੀ ਲਿਖਾਂਗੇ? 8, ਅਤੇ 8 ਨੂੰ ਅਸੀਂ ਕੀ ਲਿਖਾਂਗੇ? 9। 99 ਮਾਈਨਸ 12 ਦੀ ਥਾਂ 'ਤੇ ਕੀ ਬਣ ਜਾਏਗਾ? 2 3 ਮਾਈਨਸ 13 ਦੀ ਥਾਂ 'ਤੇ ਕੀ ਬਣ ਜਾਏਗਾ? 2 3 ਦੀ ਥਾਂ 'ਤੇ 4 ਮਾਈਨਸ 1 ਦੀ ਥਾਂ 'ਤੇ 2 ਅਤੇ 4 ਦੀ ਥਾਂ 'ਤੇ 5। ਤਾਂ ਜਿਹੜੀ ਰਕਮ ਸੀ ਸਾਡੇ ਕੋਲ 78 ਮਾਈਨਸ 12 ਮਾਈਨਸ 13 ਮਾਈਨਸ 14, ਉਸ ਨੂੰ ਅਸੀਂ ਸਟੇਟਮੈਂਟ ਅਨੁਸਾਰ ਚੇਂਜ ਕਰ ਦਿੱਤਾ। 99 ਮਾਈਨਸ 23 ਮਾਈਨਸ 24 ਮਾਈਨਸ 25। ਤਾਂ ਇਸ ਨੂੰ ਅਸੀਂ ਹੁਣ ਹੱਲ ਕਰ ਲੈਂਦੇ ਹਾਂ, ਕੈਲਕੂਲੇਟ ਕਰ ਲੈਂਦੇ ਹਾਂ। ਤਾਂ 99 ਦੇ ਵਿੱਚੋਂ ਸਾਨੂੰ ਕਿੰਨਾ ਘਟਾਉਣਾ ਪਵੇਗਾ? ਆਸਾਨੀ ਨਾਲ ਜੋੜ ਕਰ ਲਓ। 20 ਤੀਆ 60, 60 3 63, 63 ਤੇ 4 67, 67 ਤੇ 5 67 3 70 ਤੇ 2 72। ਤਾਂ 99 ਦੇ ਵਿੱਚੋਂ ਅਸੀਂ 72 ਘਟਾ ਕੇ ਦੇਖ ਲੈਂਦੇ ਹਾਂ। 9 ਚੋਂ 2 ਘਟਾਏ 7, 8 ਚੋਂ 7 ਘਟਾਏ 1, ਤਾਂ ਸਾਡਾ ਜਿਹੜਾ ਉੱਤਰ ਆ 17 ਆਵੇਗਾ। ਤਾਂ ਇਹਨੂੰ ਅਸੀਂ ਇੱਕ ਵਾਰੀ ਚੈੱਕ ਕਰ ਲਓ। ਇਹਦੇ ਵਿੱਚ ਕੀ ਸੀ? ਸਾਨੂੰ ਉਹਨਾਂ ਨੇ ਅੰਕਾਂ ਨੂੰ ਰਿਪਲੇਸ ਕਰਨ ਵਾਸਤੇ ਕਿਹਾ ਸੀਗਾ। 78 ਦੀ ਥਾਂ 'ਤੇ ਅਸੀਂ 99 ਬਣਾ ਦਿੱਤਾ ਸੀ ਰਕਮ ਅਨੁਸਾਰ, 12 ਦੀ ਥਾਂ 'ਤੇ 23, 13 ਦੀ ਥਾਂ 'ਤੇ 24 ਅਤੇ 14 ਦੀ ਥਾਂ 'ਤੇ ਸਾਡਾ 25 ਬਣ ਗਿਆ ਸੀ। ਇਸ ਤੋਂ ਬਾਅਦ ਅਸੀਂ ਜੋੜ ਕਰ ਲਿਆ। 99 ਦੇ ਵਿੱਚੋਂ ਅਸੀਂ 4 3 7 5 12 ਦਾ ਦੂਆ, 2 2 4 2 6 1 7, ਯਾਨੀ ਕਿ 72 ਸਾਡਾ ਘਟਾ ਦਾ ਬਣ ਗਿਆ ਸੀ। ਇਸ ਨੂੰ ਅਸੀਂ ਘਟਾਤਾ ਅਤੇ ਸਾਡੇ ਕੋਲ ਜਿਹੜਾ ਉੱਤਰ ਸਾਨੂੰ ਪ੍ਰਾਪਤ ਹੋਇਆ 17 ਸਾਨੂੰ ਪ੍ਰਾਪਤ ਹੋ ਗਿਆ। ਉਮੀਦ ਹੈ ਤੁਹਾਨੂੰ ਇਹ ਸਵਾਲ ਸਮਝ ਆ ਗਿਆ ਹੋਵੇਗਾ। ਅੱਗੇ ਚੱਲਦੇ ਹਾਂ ਅਸੀਂ 6ਵੇਂ ਸਵਾਲ ਵੱਲ। ਹਾਂਜੀ, ਸਾਡਾ 6ਵਾਂ ਸਵਾਲ
ਇਹ ਹੈਗਾ ਕਹਿੰਦਾ ਵਿਚ ਅਲਫਾਬੈਟ। ਪਿਆਰੇ ਵਿਦਿਆਰਥੀਓ, ਇਸ ਸਵਾਲ ਨੂੰ ਹੱਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਅਸੀਂ ਕੀ ਆ, ਸਾਨੂੰ A ਤੋਂ ਲੈ ਕੇ Z ਤੱਕ ਅਸੀਂ ABC ਦੇ ਅੱਖਰ ਲਿਖਾਂਗੇ। ਤਾਂ ਹੁਣ ਉਸਨੇ ਕਿਹਾ ਸਾਨੂੰ ਵੀ ਸੱਜੇ ਪਾਸੇ ਸਾਡੇ Z ਆ, ਸੱਜੇ ਪਾਸਿਓਂ ਸਾਡਾ 19ਵਾਂ ਅੱਖਰ ਸਾਡਾ, ਜੇ ਅਸੀਂ Z ਤੋਂ ਗਿਣੀਏ, Z ਤੋਂ ਮੂਹਰੇ 22 ਹੁੰਦੀ ਹੈਗੀ, ਦੂਸਰਾ ਹੋ ਗਿਆ। ਇਸ ਤਰ੍ਹਾਂ ਜੇ ਅਸੀਂ ਅੱਗੇ ਚੱਲਦੇ ਜਾਈਏ ਤਾਂ ਸਾਡਾ ਜਿਹੜਾ 19ਵਾਂ ਅੱਖਰ ਬਣੇਗਾ ਸਾਡਾ H। ਤੁਸੀਂ ਲਿਖ ਲਿਓ, 19ਵਾਂ ਅੱਖਰ ਸਾਡਾ H ਬਣੇਗਾ। ਹੁਣ ਉਹਨੇ ਕਿਹਾ ਵੀ ਜਿਹੜਾ 19ਵਾਂ ਅੱਖਰ ਆ ਉਹਦੇ ਸੱਜੇ ਪਾਸੇ 6ਵਾਂ, ਤਾਂ 6ਵਾਂ ਅੱਖਰ ਕਿਹੜਾ ਬਣੇਗਾ? ਅਸੀਂ H ਤੋਂ ਬਾਅਦ 6ਵਾਂ ਅੱਖਰ ਗਿਣ ਲੈਂਦੇ ਹੈਗੇ। H ਸੱਜੇ ਪਾਸੇ, I J K L M N, ਤਾਂ ਸਾਡਾ H ਤੋਂ ਬਾਅਦ 6ਵਾਂ ਅੱਖਰ N ਹੋਵੇਗਾ। ਤਾਂ ਸਾਡਾ ਜਿਹੜਾ ਉੱਤਰ ਹੋਵੇਗਾ N, ਜਿਹੜਾ ਸਾਡਾ ਉੱਤਰ ਹੈਗਾ N ਹੋਵੇਗਾ। ਤਾਂ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸਦਾ, 6ਵਾਂ ਸਵਾਲ ਕਰਨ ਲਈ ਤੁਸੀਂ ਕੀ ਕਰਨਾ, ਇੱਕ ਵਾਰੀ ਦੁਬਾਰਾ ਤੁਹਾਨੂੰ ਦੱਸਣ ਲੱਗਿਆ। ਸਭ ਤੋਂ ਪਹਿਲਾਂ ਤੁਸੀਂ ABC ਦੇ ਅੱਖਰ ਲਿਖ ਲਓਗੇ, A ਤੋਂ ਲੈ ਕੇ Z ਤੱਕ। ਉਸਨੇ ਕਿਹਾ ਸਾਨੂੰ ਸੱਜੇ ਪਾਸਿਓਂ 19ਵਾਂ ਅੱਖਰ ਆ ਜਿਹੜਾ H ਹੋਵੇਗਾ। ਫਿਰ H, ਦੇਖੋ ਆਪਾਂ ਦੁਬਾਰਾ ਸਟੇਟਮੈਂਟ ਪੜ੍ਹਦੇ ਹਾਂ। ਕਹਿੰਦਾ ਅੰਗਰੇਜ਼ੀ ਵਰਣਮਾਲਾ ਵਿੱਚ ਸੱਜੇ ਪਾਸਿਓਂ 19ਵੇਂ ਅੱਖਰ ਦੇ ਸੱਜੇ ਪਾਸੇ 6ਵਾਂ ਅੱਖਰ, ਤਾਂ 6ਵਾਂ ਅੱਖਰ ਕਿਹੜਾ ਹੋਗਾ? H ਦੇ ਸੱਜੇ ਪਾਸੇ 6ਵਾਂ ਅੱਖਰ I J K L M N, ਤਾਂ ਸਾਡਾ 6ਵਾਂ ਅੱਖਰ ਹੋਵੇਗਾ N। ਉਮੀਦ ਹੈ ਤੁਹਾਨੂੰ ਇਹ ਸਵਾਲ ਸਮਝ ਆ ਗਿਆ ਹੋਵੇਗਾ। ਅੱਗੇ ਚੱਲਦੇ ਹਾਂ 7ਵੇਂ ਸਵਾਲ ਵੱਲ। ਹਾਂ ਵੀ, ਸਾਡਾ 7ਵਾਂ ਸਵਾਲ ਹੈਗਾ ਗਾ, ਸਾਨੂੰ ਸ਼ਬਦ ਦਿੱਤਾ ਗਿਆ ਪਲੀਜ਼ਰ, PLEASURE, ਪਲੇਜ਼ਰ ਦੇ ਪਹਿਲੇ ਅਤੇ ਤੀਸਰੇ, ਦੂਸਰੇ ਅਤੇ ਚੌਥੇ, 5ਵੇਂ ਅਤੇ 7ਵੇਂ, 6ਵੇਂ ਅਤੇ 8ਵੇਂ ਅੱਖਰਾਂ ਦੇ ਆਪਸੀ ਸਥਾਨ ਬਦਲ ਦਿੱਤੇ ਜਾਣ। ਤਾਂ ਅਸੀਂ ਜਿਹੜਾ ਪਹਿਲਾ ਅੱਖਰ ਆ ਉਹ ਤੀਸਰੇ ਦੀ ਥਾਂ 'ਤੇ, ਅਤੇ ਤੀਸਰੇ ਦੀ ਥਾਂ 'ਤੇ ਪਹਿਲਾ ਅੱਖਰ, ਦੂਸਰੀ ਥਾਂ 'ਤੇ ਚੌਥਾ, ਤਾਂ ਅਸੀਂ ਲਿਖਣਾ ਸ਼ੁਰੂ ਕਰ ਦਿਆਂਗੇ। ਇਹ ਧਿਆਨ ਨਾਲ ਕਰਿਓ ਤੁਸੀਂ, ਤਾਂ ਜੋ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ। ਇਸ ਸਵਾਲ ਦੇ ਵਿੱਚ ਅਸੀਂ ਸਟੇਟਮੈਂਟ ਅਨੁਸਾਰ ਅੱਖਰ ਚੇਂਜ ਕਰਾਂਗੇ। ਪਹਿਲਾ ਅੱਖਰ P ਹੈ, ਪਰ ਇਸ ਨੂੰ ਅਸੀਂ ਤੀਜੇ ਥਾਂ 'ਤੇ ਲਿਖਣਾ, ਅਤੇ ਤੀਜਾ ਅੱਖਰ ਪਹਿਲੇ ਥਾਂ 'ਤੇ। ਤੀਜਾ ਅੱਖਰ ਕਿਹੜਾ ਹੈਗਾ? E ਨੂੰ ਅਸੀਂ ਪਹਿਲੇ ਸਥਾਨ 'ਤੇ ਲਿਖ ਲਿਆ। E ਤੋਂ ਬਾਅਦ ਤੀਜੇ ਸਥਾਨ 'ਤੇ ਅਸੀਂ ਕੀ ਲਿਖਣਾ? ਫਿਰ P ਲਿਖਣਾ। ਦੂਜੇ ਅੱਖਰ ਦੀ ਥਾਂ 'ਤੇ ਅਸੀਂ ਚੌਥਾ ਅੱਖਰ ਸਾਡਾ A ਆ, A ਅਸੀਂ ਦੂਜੇ ਸਥਾਨ 'ਤੇ ਲਿਖ ਲਿਆ। ਚੌਥੇ ਸਥਾਨ 'ਤੇ ਅਸੀਂ ਸਾਡਾ L ਚਲਿਆ ਗਿਆ। ਅਤੇ ਹੁਣ ਜਿਹੜਾ 5ਵੇਂ ਸਥਾਨ ਵਾਲਾ ਅੱਖਰ ਆ ਉਹ 7ਵੇਂ ਸਥਾਨ 'ਤੇ ਜਾਵੇਗਾ, 7ਵੇਂ ਸਥਾਨ ਵਾਲਾ 5ਵੇਂ 'ਤੇ, ਤਾਂ 5ਵੇਂ 'ਤੇ ਕੀ ਆ ਜਾਵੇਗਾ? R, ਅਤੇ ਇਹ S ਆ ਜਿਹੜਾ ਉਹ 7ਵੇਂ ਸਥਾਨ 'ਤੇ ਚਲਾ ਜਾਵੇਗਾ। S ਆ ਜਿਹੜਾ ਉਹ 6ਵੇਂ ਸਥਾਨ 'ਤੇ ਚਲਾ ਜਾਵੇਗਾ। S ਪਾਉਣਾ ਸੀ S। ਅਤੇ ਹੁਣ ਜਿਹੜਾ 8ਵੇਂ ਸਥਾਨ ਵਾਲਾ ਅੱਖਰ ਆ ਉਹ 6ਵੇਂ ਸਥਾਨ 'ਤੇ, ਜਾਣੀ ਕਿ E, ਅਤੇ ਜਿਹੜਾ 6ਵੇਂ ਸਥਾਨ ਵਾਲਾ ਅੱਖਰ ਸਾਡਾ ਹੈਗਾ U, ਉਹ ਚਲਾ ਗਿਆ ਐਂਡ 'ਤੇ। ਤਾਂ ਇਹ ਸਾਡਾ ਜਿਹੜਾ ਅਸੀਂ ਅੱਖਰ ਨੂੰ ਸੀ PLESURE, ਪਲੇਜ਼ਰ ਨੂੰ ਅਸੀਂ ਚੇਂਜ ਕਰਕੇ, ਸਟੇਟਮੈਂਟ ਅਨੁਸਾਰ ਚੇਂਜ ਕਰਕੇ, ਇਸ ਤਰ੍ਹਾਂ ਸਾਡਾ ਜਿਹੜਾ ਸ਼ਬਦ ਬਣ ਗਿਆ। ਫਿਰ ਸਾਨੂੰ ਸਵਾਲ ਕੀਤਾ ਗਿਆ, ਵਿਚ ਐਲਫਾਬੈਟ ਵਿਲ ਬੀ ਦਾ ਸੈਕਿੰਡ ਫਰੋਮ ਦਾ ਰਾਈਟ। ਸੱਜੇ ਪਾਸੇ ਪਹਿਲਾ ਅੱਖਰ U ਹੈ, ਅਤੇ ਦੂਸਰਾ ਅੱਖਰ ਕਿਹੜਾ ਸਾਡਾ? S, ਤਾਂ ਸਾਡਾ ਜਿਹੜਾ ਉੱਤਰ ਆ ਗਿਆ S, ਸਾਡਾ ਉੱਤਰ ਆ ਜਾਵੇਗਾ। ਤਾਂ ਅਸੀਂ ਸਟੇਟਮੈਂਟ ਅਨੁਸਾਰ ਜਿਹੜੇ ਸਾਡੇ ਅਲਫਾਬੈਟ ਦਿੱਤੇ ਹੋਏ ਸੀ ਉਹਨਾਂ ਦੇ ਸਥਾਨ ਬਦਲੇ ਨੇ। ਫਿਰ ਸਟੇਟਮੈਂਟ ਦੇ ਵਿੱਚ ਜਿਹੜਾ ਸਾਡੇ ਤੋਂ ਪੁੱਛਿਆ ਗਿਆ, ਵਿਚ ਅਲਫਾਬੈਟ ਵਿਲ ਬੀ ਸੈਕਿੰਡ ਫਰੋਮ ਰਾਈਟ, ਸੱਜੇ ਪਾਸਿਓਂ ਦੂਸਰਾ ਅਲਫਾਬੈਟ ਕਿਹੜਾ ਉਹ ਅਸੀਂ ਦੱਸ ਦੇਣਾ ਹੈ, ਅਤੇ ਸਾਡਾ ਜਿਹੜਾ ਉੱਤਰ S ਆਵੇਗਾ। ਅੱਗੇ ਚੱਲਦੇ ਹਾਂ। 8ਵਾਂ ਸਵਾਲ, ਵਿਚ ਆਫ ਦੀ ਫੋਲੋਇੰਗ 4 alternatives represent the relationship among week, day and
ਈਅਰ, ਵੀਕ ਮਤਲਬ ਹਫ਼ਤਾ, ਦਿਨ ਅਤੇ ਸਾਲ। ਵੀ ਕਿਹੜਾ ਸੰਬੰਧ ਆ ਜਿਹੜਾ ਇਹ ਹਫ਼ਤਾ, ਦਿਨ ਅਤੇ ਸਾਲ ਨੂੰ ਦਰਸਾਉਂਦਾ ਹੈ? ਸੋਚੋ। ਇਸ ਸਵਾਲ ਵਿੱਚ ਪਿਆਰੇ ਵਿਦਿਆਰਥੀਓ ਆਪਾਂ ਨੇ ਸੰਬੰਧ ਦੱਸਣਾ ਗਾ ਵੀ ਕਿਹੜੀ ਜਿਹੜੀ ਡਾਇਗਰਾਮ ਆ ਇਸ ਸੰਬੰਧ ਨੂੰ ਦਰਸਾਉਂਦੀ ਹੈਗੀ। ਤਾਂ ਅਸੀਂ ਦੇਖਦੇ ਹਾਂ ਸਾਲ, ਦਿਨ ਅਤੇ ਹਫ਼ਤਾ। ਤਾਂ ਇਹਨਾਂ ਦਾ ਜਿਹੜਾ ਸੰਬੰਧ ਜਿਹੜੀ ਦਰਸਾਰੀ ਆ ਉਹ ਇਹ ਜਿਹੜੇ ਚਿੱਤਰ ਆ ਉਹ ਸਭ ਤੋਂ ਇਹਨਾਂ ਦੇ ਆਪਸੀ ਸੰਬੰਧ ਨੂੰ ਸਹੀ ਦਰਸਾ ਰਹੀ ਹੈਗੀ। ਤਾਂ ਸਾਡਾ ਜਿਹੜਾ ਉੱਤਰ ਆ ਆਪਸ਼ਨ ਏ ਆ ਜਾਵੇਗੀ, ਸਾਡੀ ਆਪਸ਼ਨ ਏ। ਅਗਲਾ ਸਵਾਲ ਦੇਖਦੇ ਹਾਂਗੇ। ਅਗਲੇ ਸਵਾਲ ਦੇ ਵਿੱਚ ਵਿਚ ਆਫ ਦੀ ਫੋਲੋਇੰਗ 4 ਆਲਟਰਨੇਟਿਵ ਰੀਪ੍ਰੈਜ਼ੈਂਟਸ ਰਿਲੇਸ਼ਨਸ਼ਿਪ ਅਮੰਗ ਕਲਰ ਰੈੱਡ ਬਲੂ। ਤਾਂ ਬੜਾ ਸੌਖਾ ਸਵਾਲ ਹੈ ਇਹ। ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਰੈੱਡ ਅਤੇ ਬਲੂ ਦੋਨੋਂ ਰੰਗ ਨੇਗੇ, ਅਤੇ ਜਿਹੜਾ ਕਲਰ ਆ ਉਹ ਰੰਗ। ਤਾਂ ਅਸੀਂ ਦੱਸਾਂਗੇ ਵੀ ਮੰਨ ਲਓ ਆਹ ਰੰਗ ਨੂੰ ਦਰਸਾ ਰਿਹਾ ਹੈਗਾ ਵੱਡਾ ਚਿੱਤਰ, ਅਤੇ ਇਹਦੇ ਵਿੱਚ ਇੱਕ ਲਾਲ ਰੰਗ ਆ ਅਤੇ ਇੱਕ ਨੀਲਾ ਰੰਗ ਆ। ਤਾਂ ਇਹਦੀ ਸਹੀ ਆਪਸ਼ਨ ਹੈ ਜਿਹੜੀ ਸਾਡੀ ਕੀ ਆਵੇਗੀ? ਬੀ ਆਵੇਗੀ, ਕਿਉਂਕਿ ਦੋਨੋਂ ਰੰਗ ਨੇ ਲਾਲ ਅਤੇ ਨੀਲਾ ਦੋਨੋਂ ਕਿਹਦੇ ਅੰਡਰ ਆ ਗਏ? ਰੰਗ ਸਮੂਹ ਦੇ ਅੰਡਰ ਆ ਗਏ, ਜਿਸ ਕਰਕੇ ਬੀ ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਆ। ਅਗਲੇ ਸਵਾਲ 'ਤੇ ਚੱਲਦੇ ਹਾਂ। ਅਗਲਾ ਸਵਾਲ ਰਿਲੇਸ਼ਨਸ਼ਿਪਸ, ਸੰਬੰਧਾਂ ਨਾਲ, ਪਰਿਵਾਰਿਕ ਸੰਬੰਧਾਂ ਬਾਰੇ ਸਵਾਲ ਹੈ। ਪੁਆਇੰਟਿੰਗ ਟੂ ਰੀਆ, ਅਨਿਲ ਸੈਡ ਸ਼ੀ ਇਜ਼ ਡਾਟਰ ਆਫ ਮਾਈ ਗ੍ਰੈਂਡਫਾਦਰਜ਼ ਓਨਲੀ ਚਾਈਲਡ। ਹਾਊ ਇਜ਼ ਰੀਆ ਰਿਲੇਟਡ ਟੂ ਅਨਿਲ? ਪੰਜਾਬੀ ਦੇ ਵਿੱਚ ਰੀਆ ਵੱਲ ਇਸ਼ਾਰਾ ਕਰਦਿਆਂ ਅਨਿਲ ਨੇ ਕਿਹਾ, ਰੀਆ ਕੋਈ ਲੜਕੀ ਆ, ਉਹ ਅਨਿਲ ਵੱਲ ਇਸ਼ਾਰਾ ਕਰ ਰਹੀ ਆ, ਉਹ ਮੇਰੇ ਦਾਦਾ ਜੀ ਦੇ ਇਕਲੌਤੇ ਬੱਚੇ ਦੀ ਧੀ ਹੈ। ਤਾਂ ਰੀਆ ਦਾ ਅਨਿਲ ਨਾਲ ਕੀ ਸੰਬੰਧ ਹੈ? ਸੋਚੋ ਥੋੜ੍ਹਾ ਜਿਹਾ। ਤਾਂ ਪਿਆਰੇ ਵਿਦਿਆਰਥੀਓ ਸੋਚਿਆ ਹੋਣਾ ਤੁਸੀਂ। ਆਪਾਂ ਕਰਦੇ ਹਾਂ ਸਵਾਲ ਸ਼ੁਰੂ। ਤਾਂ ਇਹਦੇ ਵਿੱਚ ਅਨਿਲ, ਆਪਾਂ 1 ਮਿੰਟ ਅਨਿਲ ਲਿਖ ਲੈਂਦੇ ਹਾਂ ਪਹਿਲਾਂ। ਅਨਿਲ ਹੈ ਇਹ। ਅਨਿਲ ਇਸ਼ਾਰਾ ਕਰ ਰਿਹਾ ਹੈਗਾ, ਕਿੱਧਰ ਇਸ਼ਾਰਾ ਕਰ ਰਿਹਾ ਹੈਗਾ? ਰੀਆ ਵੱਲ। ਹੁਣ ਉਹ ਕਹਿ ਰਿਹਾ ਵੀ ਜਿਹੜੀ ਇਹ ਰੀਆ ਗੀ ਉਹਦੇ ਸ਼ੀ ਇਜ਼ ਦਾ ਡਾਟਰ ਆਫ ਮਾਈ ਗ੍ਰੈਂਡਫਾਦਰ। ਉਹਦਾ ਜਿਹੜਾ ਗ੍ਰੈਂਡਫਾਦਰ ਆ, ਗ੍ਰੈਂਡਫਾਦਰਜ਼ ਓਨਲੀ, ਗ੍ਰੈਂਡਫਾਦਰ ਦੀ ਜਿਹੜੀ ਇੱਕੋ ਹੀ ਸੰਤਾਨ ਸੀ। ਸਾਨੂੰ ਨਹੀਂ ਪਤਾ ਵੀ ਉਹਦੇ ਦਾਦੇ ਦਾ ਮੁੰਡਾ ਹੈਗਾ ਜਾਂ ਕੁੜੀ ਆ। ਮੰਨ ਲਓ ਜੋ ਵੀ ਸੰਤਾਨ ਸੀਗੀ ਉਹਦੇ ਦਾਦੇ ਦੀ, ਉਹਦੀ ਇੱਕ ਬੇਟੀ ਹੈ। ਧਿਆਨ ਦਿਓ ਦੁਬਾਰਾ ਤੁਸੀਂ। ਪੁਆਇੰਟਿੰਗ ਟੂ ਰੀਆ, ਅਨਿਲ ਰੀਆ ਵੱਲ ਇਸ਼ਾਰਾ ਕਰਕੇ ਕਹਿ ਰਿਹਾ ਹੈਗਾ, ਰੀਆ ਕੌਣ ਆ? ਰੀਆ ਕਹਿੰਦਾ ਮੇਰੇ ਦਾਦੇ ਦੀ, ਆਹ ਦਾਦਾ ਹੋ ਗਿਆ ਉਹਦਾ ਗ੍ਰੈਂਡਫਾਦਰ, ਦਾਦਾ ਦੀ ਜਿਹੜੀ ਇਕਲੌਤੀ ਸੰਤਾਨ ਆ ਉਹਦੀ ਕੁੜੀ ਹੈ। ਤਾਂ ਤੁਸੀਂ ਸਮਝ ਗਏ ਹੋਵੋਗੇ। ਤਾਂ ਅਨਿਲ ਅਤੇ ਰੀਆ ਦਾ ਕੀ ਸੰਬੰਧ ਹੋਇਆ? ਤਾਂ ਰੀਆ ਜਿਹੜੀ ਅਨਿਲ ਦੀ ਕੀ ਲੱਗੀ? ਸਿਸਟਰ ਲੱਗੀ, ਭੈਣ ਲੱਗੀ। ਦੁਬਾਰਾ ਫੇਰ ਦੇਖ ਲਓ। ਅਨਿਲ ਰੀਆ ਵੱਲ ਇਸ਼ਾਰਾ ਕਰ ਰਿਹਾ ਹੈਗਾ ਕਿ ਰੀਆ ਉਹਦੇ ਦਾਦੇ ਦੀ, ਦਾਦਾ ਗਾ, ਦਾਦੇ ਦੀ ਜਿਹੜੀ ਇਕਲੌਤੀ ਸੰਤਾਨ ਆ ਉਹਦੀ ਬੇਟੀ ਹੈ। ਤਾਂ ਅਨਿਲ ਨਾਲ ਰੀਆ ਦਾ ਕੀ ਸੰਬੰਧ ਹੋਇਆ? ਸਿਸਟਰ। ਇਹਨੂੰ ਤੁਸੀਂ ਡਾਇਗਰਾਮ ਬਣਾ ਕੇ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਿਓ। ਤਾਂ ਉਮੀਦ ਹੈ ਤੁਹਾਨੂੰ ਇਸ ਤੋਂ ਸਮਝ ਆ ਗਿਆ ਹੋਣਾ ਗਾ। ਅਗਲੇ ਸਵਾਲ 'ਤੇ ਚੱਲਦੇ ਹੈਗੇ। ਤਾਂ ਪਿਆਰੇ ਵਿਦਿਆਰਥੀਓ ਇੱਥੇ ਸਾਡੇ ਕੋਲ ਜਿਹੜੀ ਸਟੇਟਮੈਂਟ ਹੈਗੀ ਆ, ਪੁਆਇੰਟਿੰਗ ਟੂ ਏ ਮੈਨ ਇਨ ਦਾ ਪਾਰਕ ਬਿਮਲ ਸੈਡ। ਅਸੀਂ ਬਿਮਲ ਲਿਖ ਲੈਂਦੇ ਹਾਂ। ਬੀ ਜਿਹੜਾ ਬਿਮਲ ਨੂੰ ਦਰਸਾ ਰਿਹਾ ਹੈਗਾ, ਅਤੇ ਬਿਮਲ ਆ ਜਿਹੜਾ ਇੱਕ ਆਦਮੀ ਵੱਲ ਇਸ਼ਾਰਾ ਕਰ ਰਿਹਾ ਹੈਗਾ। ਅਸੀਂ ਆਦਮੀ ਹੈ, ਟਰਾਇੰਗਲ ਆਕਾਰ ਦਾ ਅਸੀਂ ਆਦਮੀ ਬਣਾ ਲਿਆ, ਮੇਲ ਨੂੰ ਦਰਸਾ ਰਿਹਾ ਹੈਗਾ। ਪੁਆਇੰਟਿੰਗ ਟੂ ਏ ਮੈਨ ਇਨ ਦਾ ਪਾਰਕ ਬਿਮਲ ਸੈਡ ਹਿਜ਼ ਸਨ, ਇਹਦਾ ਬੇਟਾ ਬਣਾ ਲਿਆ ਅਸੀਂ, ਤੁਹਾਡੇ ਸਾਹਮਣੇ ਆ। ਹਿਜ਼ ਸਨ ਇਜ਼ ਮਾਈ ਸਨ, ਅਸੀਂ ਬਿਮਲ ਦਾ ਸਨ ਬਣਾ ਲਿਆ। ਹੁਣ ਜਿਹੜਾ ਬਿਮਲ ਦਾ ਪੁੱਤਰ ਆ
ਉਹ ਕਹਿੰਦਾ ਬਿਮਲ ਕਹਿੰਦਾ ਮੇਰੇ ਮੁੰਡੇ ਦਾ, ਬਿਮਲ ਦਾ ਮੁੰਡਾ ਕਿਹੜਾ ਇਹ ਕੀ ਲੱਗਦਾ ਉਹਦਾ, ਅੰਕਲ ਲੱਗਦਾ। ਕਹਿੰਦਾ ਕੀ ਲੱਗਦਾ ਉਹਦਾ, ਅੰਕਲ। ਤਾਂ ਧਿਆਨ ਦਿਓ, ਮੈਂ ਦੁਬਾਰਾ ਫੇਰ ਦੱਸਦਾ। ਆ ਬਿਮਲ ਐਸ ਆਦਮੀ ਵੱਲ ਇਸ਼ਾਰਾ ਕਰ ਰਿਹਾ ਹੈਗਾ। ਇਸ਼ਾਰਾ ਕਰਕੇ ਕਹਿੰਦਾ ਵੀ ਜਿਹੜਾ ਇਹਦਾ ਮੁੰਡਾ ਗਾ, ਆ ਇਹਦਾ ਮੁੰਡਾ ਗਾ। ਦੂਜੀ ਟ੍ਰਾਇੰਗਲ ਬਣਾ ਲਈ ਅਸੀਂ ਜੋ ਮੇਲ ਨੂੰ ਦਰਸਾ ਰਹੀ ਹੈ। ਬਿਮਲ ਕਹਿੰਦਾ ਵੀ ਇਸ ਆਦਮੀ ਦਾ ਮੁੰਡਾ ਆ ਹੋ ਗਿਆ। ਇਸ ਆਦਮੀ ਦਾ ਮੁੰਡਾ ਮੇਰੇ ਮੁੰਡੇ ਦਾ ਕੀ ਆ, ਅੰਕਲ ਹੈ। ਮੇਰੇ ਮੁੰਡੇ ਦਾ ਅੰਕਲ ਹੈ। ਤਾਂ ਬਿਮਲ ਦਾ ਤੇ ਇਸ ਆਦਮੀ ਦਾ ਕੀ ਸੰਬੰਧ ਹੋਇਆ? ਤਾਂ ਬਿਮਲ ਤੇ ਇਹ ਆਦਮੀ ਦਾ ਸੰਬੰਧ ਕੀ ਹੋਇਆ? ਇਹ ਆਦਮੀ ਬਿਮਲ ਦਾ ਫਾਦਰ ਲੱਗਿਆ। ਬਿਮਲ ਦਾ ਕੀ ਲੱਗਿਆ? ਫਾਦਰ। ਕਿਉਂਕਿ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਆਦਮੀ ਦੋਹੇ ਬਿਮਲ ਤੇ ਇਹ ਕੀ ਹੋ ਗਿਆ, ਆਪਸ 'ਚ ਭਰਾ ਹੋ ਗਏ। ਇਹਨਾਂ ਦਾ ਪਿਓ ਇੱਕੋ ਹੀ ਹੈ। ਠੀਕ ਹੈ। ਤਾਂ ਬਿਮਲ ਦਾ ਜਿਹੜਾ ਮੁੰਡਾ ਗਾ ਉਹਦਾ ਇਹ ਆਦਮੀ ਕੀ ਲੱਗਿਆ? ਅੰਕਲ ਲੱਗਿਆ। ਬਿਮਲ ਦਾ ਕੀ ਲੱਗਿਆ? ਅੰਕਲ। ਦੁਬਾਰਾ ਫਿਰ ਮੈਂ ਤੁਹਾਨੂੰ ਦੱਸਦਾ। ਬਿਮਲ ਦਾ ਨਾਂ ਦਾ ਕੋਈ ਇਨਸਾਨ ਸੀ। ਆ ਇੱਕ ਆਦਮੀ ਹੈ। ਬਿਮਲ ਕਹਿੰਦਾ ਜਿਹੜਾ ਇਸ ਆਦਮੀ ਦਾ ਮੁੰਡਾ ਗਾ, ਇਸ ਆਦਮੀ ਦਾ ਮੁੰਡਾ ਆਪਾਂ ਬਣਾ ਲੈਂਦੇ ਹਾਂ ਦੂਜੀ ਟ੍ਰਾਇੰਗਲ। ਅਤੇ ਇਹ ਜਿਹੜਾ ਮੁੰਡਾ ਗਾ ਉਹ ਬਿਮਲ ਦੇ ਮੁੰਡੇ ਦਾ ਕੀ ਲੱਗਿਆ? ਅੰਕਲ ਆ। ਕਹਿੰਦਾ ਅੰਕਲ ਲੱਗਿਆ। ਤਾਂ ਫਿਰ ਬਿਮਲ ਦਾ ਤੇ ਇਸ ਆਦਮੀ ਦਾ ਕੀ ਸੰਬੰਧ ਹੋਇਆ? ਤਾਂ ਬਿਮਲ ਤੇ ਇਸ ਆਦਮੀ ਦਾ ਸੰਬੰਧ ਕੀ ਹੋਇਆ? ਆਪਸ 'ਚ ਪਿਓ ਪੁੱਤ ਨੇ। ਜਾਣੀ ਕਿ ਇਹ ਆਦਮੀ ਬਿਮਲ ਦਾ ਕੀ ਲੱਗਿਆ? ਫਾਦਰ। ਬਿਮਲ ਦਾ ਕੀ ਲੱਗਿਆ? ਫਾਦਰ ਲੱਗਿਆ। ਉਮੀਦ ਆ ਤੁਹਾਨੂੰ ਇਹ ਸਵਾਲ ਸਮਝ ਆ ਗਿਆ ਹੋਣਾ ਗਾ। ਹੁਣ ਆਪਾਂ ਅੱਗੇ ਚੱਲਦੇ ਆਂਗੇ ਸਾਡੇ 12ਵੇਂ ਸਵਾਲ ਵੱਲ। ਇਹ ਸਵਾਲ ਇਕੱਠੇ ਸਵਾਲ ਨੇ, 12ਵਾਂ 13ਵਾਂ ਅਤੇ 14ਵਾਂ। ਜਾਣੀ ਕਿ ਇੱਕੋ ਸਟੇਟਮੈਂਟ ਦੇ ਨਾਲ ਸਾਡੇ 3 ਸਵਾਲ ਹੱਲ ਹੋਣੇ ਨੇ। ਸਿਟਿੰਗ ਅਰੇਂਜਮੈਂਟ ਦਾ ਸਵਾਲ ਹੈ ਇਹ। ਸਭ ਤੋਂ ਪਹਿਲਾਂ ਇਹਦੀ ਸਟੇਟਮੈਂਟ ਨੂੰ ਧਿਆਨ ਨਾਲ ਦੇਖੋ। ਸਟੇਟਮੈਂਟ ਪੜ੍ਹਦੇ ਹਾਂ ਇੱਕ ਵਾਰੀ। 8 ਦੋਸਤ JKLMNOPQ, ਜਾਣੀ ਕਿ 8 ਦੋਸਤ ਨੇ JKLMNOPQ ਕੇਂਦਰ ਵੱਲ, ਜਾਣੀ ਕਿ ਅੰਦਰ ਵਾਲੇ ਪਾਸੇ, ਸੈਂਟਰ ਵੱਲ ਮੂੰਹ ਕਰਕੇ ਬੈਠੇ ਨੇ। ਚੱਕਰ ਦੇ ਵੱਲ, ਅੰਦਰ ਵੱਲ, ਜਿਹੜਾ ਚੱਕਰ ਦਾ ਕੇਂਦਰ ਆ ਉਹਦੇ ਵੱਲ ਉਹਨਾਂ ਦਾ ਮੂੰਹ ਆ। ਤਾਂ ਸਭ ਤੋਂ ਪਹਿਲਾਂ ਇਸ ਸਵਾਲ ਦੇ ਵਿੱਚ ਅਸੀਂ ਇੱਕ ਚੱਕਰ ਡਰਾ ਕਰ ਦਿਆਂਗੇ। ਹੁਣ 8 ਦੋਸਤ ਨੇ, ਅਸੀਂ 8 ਪੋਜੀਸ਼ਨਾਂ ਬਣਾ ਲੈਂਦੇ ਹੈਗੇ। 4 ਹਿੱਸੇ ਕਰ ਲਏ ਪਹਿਲਾਂ ਅਸੀਂ, ਫਿਰ ਅਸੀਂ 8 ਹਿੱਸੇ ਕਰ ਲੈਂਦੇ ਹਾਂ। 8 ਹਿੱਸੇ ਕਰਨ ਤੋਂ ਬਾਅਦ ਹੁਣ ਅਸੀਂ ਦੇਖਦੇ ਹਾਂ ਵੀ ਇਹ ਕੇਂਦਰ ਵੱਲ ਮੂੰਹ ਕੀਤਾ ਹੋਇਆ ਇਹਨਾਂ ਨੇ, ਜਾਣੀ ਕਿ ਅੰਦਰਲੇ ਪਾਸੇ ਵੱਲ ਮੂੰਹ ਆ ਸਾਰਿਆਂ ਦਾ ਮੂੰਹ ਕਿੱਧਰ ਨੂੰ ਆ? ਅੰਦਰ ਨੂੰ। ਅਸੀਂ ਅੰਦਰਲੇ ਤੀਰ ਲਾਤੇ ਜੋ ਕਿ ਦਰਸਾ ਰਹੇ ਨੇ ਕਿ ਸਾਰੇ ਦੋਸਤ ਅੰਦਰ ਵੱਲ ਨੂੰ ਮੂੰਹ ਕਰਕੇ ਬੈਠੇ ਹਨ। ਤਾਂ ਉਹਨਾਂ ਦਾ ਸੱਜਾ ਅਤੇ ਖੱਬਾ ਸਾਨੂੰ ਪਤਾ ਲੱਗ ਜਾਏਗਾ ਜਦੋਂ ਅੰਦਰ ਵੱਲ ਬੈਠਾਂਗੇ ਅਸੀਂ। ਇਸ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿੰਦਾ ਜੇ ਐਨ ਦਾ ਗੁਆਂਢੀ ਨਹੀਂ ਹੈ ਤਾਂ ਅਸੀਂ ਅਲੱਗ ਲਿਖ ਲੈਂਦੇ ਹਾਂ ਵੀ ਜਿਹੜੇ ਜੇ ਅਤੇ ਐਨ ਨੇ ਉਹ ਆਪਸੀ ਗੁਆਂਢੀ ਨਹੀਂ ਹੈਗੇ। ਅਸੀਂ ਕਾਂਡੀ ਦਾ ਨਿਸ਼ਾਨ ਪਾਤਾ, ਇਹ ਆਪਸੀ ਗੁਆਂਢੀ ਨਹੀਂ ਹੈਗੇ। ਪਰ ਇੱਥੇ ਅਸੀਂ ਹਜੇ ਜੇ ਅਤੇ ਐਨ ਨੂੰ ਅਸੀਂ ਲਿਖ ਨਹੀਂ ਸਕਦੇ, ਸਾਨੂੰ ਨਹੀਂ ਪਤਾ ਵੀ ਜੇ ਕਿੱਥੇ ਐਨ ਕਿੱਥੇ ਆ। ਤਾਂ ਇਹ ਸਵਾਲਾਂ ਦੇ ਵਿੱਚ ਕਈ ਵਾਰੀ ਕੀ ਹੁੰਦਾ ਵੀ ਪਹਿਲੀ ਲਾਈਨ ਦੇ ਵਿੱਚੋਂ ਕੋਈ ਅਰਥ ਹੀ ਨਹੀਂ ਨਿਕਲਦਾ ਹੁੰਦਾ, ਅਸੀਂ ਦੂਸਰੀ ਲਾਈਨ 'ਤੇ ਪਹੁੰਚਦੇ ਹਾਂ। ਐਲ ਕੇ ਦੇ ਸੱਜੇ ਤੋਂ ਤੀਜੇ ਨੰਬਰ 'ਤੇ ਹੈ। L is third to the right of K. L is third to the right of K. ਅਸੀਂ ਕਿਤੇ ਵੀ K ਨੂੰ ਬਿਠਾ ਲੈਂਦੇ ਹਾਂ। ਮੰਨ ਲਓ ਅਸੀਂ K ਨੂੰ, ਇੱਥੇ ਸਾਡਾ K ਆ, ਤਾਂ ਉਹਨੇ ਕਹਿ ਤਾ ਵੀ ਜਿਹੜਾ L ਆ K ਦੇ ਸੱਜੇ ਤੋਂ ਤੀਜੇ ਨੰਬਰ 'ਤੇ ਆ, ਸੱਜੇ ਵਾਲੇ ਪਾਸੇ। ਹੁਣ K ਦਾ ਸੱਜਾ ਹੱਥ ਇੱਧਰਲੇ ਪਾਸੇ ਆ, ਜਦੋਂ ਮੈਂ ਨਿਸ਼ਾਨ ਲਾਇਆ K ਦਾ ਸੱਜਾ ਹੱਥ ਇੱਧਰ ਹੀ ਹੈ, ਤਾਂ ਅਸੀਂ L ਨੂੰ ਤੀਜੇ ਸਥਾਨ 'ਤੇ ਬਿਠਾਉਣਾ ਗਾ। L ਤੀਜੇ ਸਥਾਨ 'ਤੇ ਆ, 1 2 3, ਤਾਂ ਸਾਡਾ L ਇੱਥੇ ਬੈਠ ਜਾਏਗਾ। ਜਿਹੜਾ L ਦੋਸਤ K ਦੇ ਸੱਜੇ ਪਾਸੇ ਤੀਜੇ ਸਥਾਨ 'ਤੇ ਆ, ਅਸੀਂ ਤੀਜਾ ਸਥਾਨ ਗਿਣ ਲਿਆ, 1 2 3, ਤਾਂ L ਦਾ ਸਥਾਨ ਵੀ ਹੋ ਗਿਆ, K ਦਾ ਸਥਾਨ ਵੀ ਹੋ ਗਿਆ। ਇਸ ਤੋਂ ਬਾਅਦ ਅੱਗੇ ਚੱਲਦੇ ਹਾਂ ਅਸੀਂ।
ਅੱਗੇ ਕਹਿੰਦਾ ਕਿਊ ਐਨ ਦੇ ਖੱਬੇ ਤੋਂ ਦੂਜਾ ਹੈ ਜੋ ਐਲ ਦੇ ਸੱਜੇ ਪਾਸੇ ਹੈ। ਧਿਆਨ ਦਿਓ, ਪਹਿਲਾਂ ਤਾਂ ਕਿਊ ਦੀ ਪੋਜੀਸ਼ਨ ਦੱਸਤੀ ਉਹਨੇ, ਕਿਊ ਦੀ ਪੋਜੀਸ਼ਨ ਕਿਤੋਂ ਦੱਸੀ ਉਹਨੇ, ਐਨ ਤੋਂ। ਕਿਊ ਐਨ ਦੇ ਖੱਬੇ ਤੋਂ ਦੂਜਾ ਹੈ, ਪਰੰਤੂ ਇੱਥੇ ਸਾਨੂੰ ਪਹਿਲਾਂ ਐਨ ਦੀ ਪੋਜੀਸ਼ਨ ਲੱਭਣੀ ਪਊ। ਐਨ ਕਿੱਥੇ ਹੈ? ਕਹਿੰਦਾ ਜੋ ਐਲ ਦੇ ਸੱਜੇ ਪਾਸੇ ਹੈ, ਜੋ ਐਲ ਦੇ ਸੱਜੇ ਪਾਸੇ ਹੈ। ਤਾਂ ਐਲ ਦਾ ਜਦੋਂ ਐਲ ਅੰਦਰ ਨੂੰ ਮੂੰਹ ਕਰਕੇ ਬੈਠੂਗਾ ਤਾਂ ਐਲ ਦਾ ਸੱਜਾ ਪਾਸਾ ਕਿੱਥੇ ਆ ਜਾਏਗਾ? ਤਾਂ ਇੱਥੇ ਸਾਡਾ ਕੀ ਆ ਜਾਏਗਾ? ਐਨ ਆ ਜਾਏਗਾ, ਕਿਉਂਕਿ ਉਹਨੇ ਕਹਿਤਾ ਵੀ ਜਿਹੜਾ ਐਨ ਆ ਉਹ ਐਲ ਦੇ ਸੱਜੇ ਪਾਸੇ ਹੈ। ਅਤੇ ਹੁਣ ਅਸੀਂ ਕਿਊ ਦੇਖਾਂਗੇ। ਕਿਊ ਐਨ ਦੇ ਖੱਬੇ ਤੋਂ ਦੂਜਾ ਹੈ। ਐਨ ਦਾ ਖੱਬਾ, ਐਨ ਜਦੋਂ ਸੱਜੇ ਪਾਸੇ ਮੂੰਹ ਕਰਕੇ ਬੈਠੂਗਾ ਤਾਂ ਜਿਹੜਾ ਕਿਊ ਆ ਐਨ ਤੋਂ, ਐਨ ਦੇ ਖੱਬੇ, ਕਿਊ ਐਨ ਦੇ ਖੱਬੇ ਤੋਂ ਦੂਜਾ ਹੈ। ਕਿਊ ਐਨ ਦੇ ਖੱਬੇ ਤੋਂ ਪਹਿਲਾ, ਦੂਜਾ, ਤਾਂ ਇੱਥੇ ਸਾਡਾ ਕੀ ਆ ਜਾਏਗਾ? ਕਿਊ ਆ ਜਾਏਗਾ। ਇੱਥੇ ਕਿਊ ਆ ਗਿਆ। ਅੱਗੇ ਚੱਲਦੇ ਹਾਂ ਅਸੀਂ। ਉਸ ਤੋਂ ਬਾਅਦ ਇਹਨੇ ਸਾਨੂੰ ਕਹਿਤਾ ਓ ਐਨ ਜਾਂ ਕੇ ਦਾ ਗੁਆਂਢੀ ਨਹੀਂ ਹੈ। ਜਿਹੜਾ ਓ ਆ ਉਹ ਐਨ ਜਾਂ ਕੇ ਦਾ ਗੁਆਂਢੀ ਨਹੀਂ। ਦੇਖੋ ਇੱਥੇ ਵੀ ਨਹੀਂ ਆ ਸਕਦਾ, ਇੱਥੇ ਵੀ ਨਹੀਂ ਆ ਸਕਦਾ, ਇੱਥੇ ਵੀ ਨਹੀਂ ਆ ਸਕਦਾ, ਕਿਉਂਕਿ ਉਹਨੇ ਕਹਿਤਾ ਵੀ ਐਨ ਅਤੇ ਕੇ ਦੇ ਨਾਲ ਨਹੀਂ। ਤਾਂ ਉਹ ਸਾਡਾ ਕਿੱਥੇ ਆਵੇਗਾ? ਉਹ ਆਹ ਇੱਕੋ ਹੀ ਜਗ੍ਹਾ ਬਚੀ ਹੈ ਜਿੱਥੇ ਉਹ ਆ ਸਕਦਾ ਗਾ। ਹੁਣ ਉਹਨੇ ਸਾਨੂੰ ਪਹਿਲੀ ਸਟੇਟਮੈਂਟ ਦੇ ਵਿੱਚ ਕਿਹਾ ਸੀ, ਜਿਹੜਾ ਅਸੀਂ ਥੱਲੇ ਲਿਖ ਰੱਖਿਆ ਵੀ ਜੇ ਅਤੇ ਐਨ, ਉਹਨੇ ਸਾਨੂੰ ਕਿਹਾ ਸੀ ਜੇ ਐਨ ਦਾ ਗੁਆਂਢੀ ਨਹੀਂ ਹੈ। ਤਾਂ ਜੇ ਐਨ ਦੇ ਨਾਲ ਨਹੀਂ ਹੋ ਸਕਦਾ। ਜੇ ਐਨ ਦਾ ਗੁਆਂਢੀ, ਜੇ ਆ ਜਿਹੜਾ ਐਨ ਦਾ ਗੁਆਂਢੀ ਨਹੀਂ ਹੈ, ਜੇ ਇੱਕ ਮਿੰਟ, ਉਹ ਐਨ ਜਾਂ ਉਹ ਬਾਰੇ ਨੇ ਕੀ ਕਿਹਾ ਸੀ? ਉਹ ਐਨ ਜਾਂ ਕੇ ਦਾ ਗੁਆਂਢੀ ਨਹੀਂ ਹੈ ਅਤੇ ਪੀ ਦੇ ਖੱਬੇ ਪਾਸੇ ਹੈ, ਅਤੇ ਪੀ ਦੇ ਖੱਬੇ ਪਾਸੇ ਹੈ, ਅਤੇ ਪੀ ਦੇ ਖੱਬੇ ਪਾਸੇ ਹੈ। ਹੁਣ ਧਿਆਨ ਦਿਓ ਤੁਸੀਂ, ਜਿਹੜਾ ਇਹਨੇ ਨਾਲ ਇੱਕ ਗੱਲ ਹੋਰ ਵੀ ਕਹਿਤੀ ਵੀ ਉਹ ਪੀ ਦੇ ਖੱਬੇ ਪਾਸੇ ਹੈ। ਤਾਂ ਪੀ ਕਿੱਥੇ ਆ ਜਾਏਗਾ? ਸੋਚੋ, ਪੀ ਜਿਹੜਾ ਓ ਆ ਉਹ ਪੀ ਦੇ ਖੱਬੇ ਪਾਸੇ ਹੈ, ਤਾਂ ਪੀ ਆਟੋਮੈਟਿਕਲੀ ਓ ਅਤੇ ਕੇ ਦੇ ਵਿਚਕਾਰ ਆ ਜਾਵੇਗਾ। ਹੁਣ ਅਸੀਂ ਪਹਿਲੀ ਲਾਈਨ ਵੱਲ ਚੱਲਦੇ ਹਾਂ, ਜਿੱਥੇ ਉਹਨੇ ਕਿਹਾ ਵੀ ਜਿਹੜਾ ਜੇ ਆ, ਜਿਹੜੀ ਸਾਡੀ ਅਸੀਂ ਪਹਿਲੀ ਲਾਈਨ ਅਸੀਂ ਛੱਡੀ ਸੀ, ਜੇ ਐਨ ਦਾ ਗੁਆਂਢੀ ਨਹੀਂ ਹੈ, ਤਾਂ ਐਨ ਦੇ ਨਾਲ ਜੇ ਹੋ ਨਹੀਂ ਸਕਦਾ, ਤਾਂ ਸਾਡਾ ਜੇ ਕਿੱਥੇ ਆਵੇਗਾ? ਇੱਕੋ ਹੀ ਜਗ੍ਹਾ ਬਚੀ ਆ, ਇੱਥੇ ਸਾਡਾ ਜੇ ਆ ਜਾਵੇਗਾ। ਅਤੇ ਹੁਣ ਤੁਸੀਂ ਧਿਆਨ ਦਿਓ, ਕਿਹੜਾ ਦੋਸਤ ਬਚਿਆ ਹੈਗਾ? ਜੇ ਆ ਗਿਆ, ਕੇ ਆ ਗਿਆ, ਐਲ ਆ ਗਿਆ, ਐਮ ਰਹਿ ਗਿਆ। ਤਾਂ ਇੱਕੋ ਹੀ ਸਪੇਸ ਬਚੀ ਹੋਈ ਹੈ ਜਿੱਥੇ ਅਸੀਂ ਐਮ ਨੂੰ ਟਿਕਾ ਦੇਵਾਂਗੇ। ਤਾਂ ਹੁਣ ਧਿਆਨ ਦਿਓ, ਸਾਰੇ ਦੋਸਤਾਂ ਦੀ ਜਿਹੜੀ ਪੋਜੀਸ਼ਨ ਆ ਚੁੱਕੀ ਆ। ਇਸ ਪੋਜੀਸ਼ਨ ਨੂੰ ਦੇਖ ਕੇ ਹੀ ਅਸੀਂ ਜਿਹੜੇ ਉੱਤਰ ਆ ਉਹ ਦੇ ਦੇਵਾਂਗੇ। ਇਸ ਚਿੱਤਰ ਨੂੰ ਧਿਆਨ ਨਾਲ ਦੇਖ ਲਓ ਤੁਸੀਂ, ਇਸ ਚਿੱਤਰ ਨੂੰ ਧਿਆਨ ਨਾਲ ਦੇਖ ਲਓ, ਕਿਉਂਕਿ ਇਹ ਮਨ 'ਚ ਵਸਾ ਲਓ ਤੁਸੀਂ ਇਹ ਚਿੱਤਰ। ਥੋੜ੍ਹਾ ਟਾਈਮ ਮੈਂ ਤੁਹਾਨੂੰ ਦੇ ਰਿਹਾ ਗਾ ਦੇਖਣ ਵਾਸਤੇ। ਤਾਂ ਇਹਨੂੰ ਤੁਸੀਂ ਕਾਪੀ 'ਤੇ ਡਰਾ ਕਰ ਲਓ, ਤਾਂ ਜੋ ਜਦੋਂ ਅਸੀਂ ਸਕਰੀਨ ਨੂੰ ਅੱਗੇ ਕਰਾਂਗੇ ਤਾਂ ਤੁਹਾਨੂੰ ਇਹ ਚਿੱਤਰ ਨਜ਼ਰ ਨਹੀਂ ਆਵੇਗਾ, ਤਾਂ ਜੋ ਕੋਈ ਸਮੱਸਿਆ ਨਾ ਆਵੇ ਤੁਹਾਨੂੰ। ਇੱਕ ਵਾਰੀ ਤੁਸੀਂ ਇਸ ਤਰ੍ਹਾਂ ਇਹਨੂੰ ਦੇਖ ਕੇ ਹੀ ਡਰਾ ਕਰ ਲਓ। ਉਮੀਦ ਆ ਤੁਸੀਂ ਇਹ ਡਰਾ ਕਰ ਲਿਆ ਹੋਣਾ ਗਾ। ਹੁਣ ਅਸੀਂ ਸਵਾਲਾਂ ਵੱਲ ਚੱਲਦੇ ਹਾਂ। ਪਹਿਲਾ ਸਵਾਲ ਸਾਡਾ ਜਿਹੜਾ ਹੈਗਾ ਗਾ, ਸਵਾਲ ਸਾਡਾ ਹੈਗਾ ਸੀ ਹੂ ਇਜ਼ ਸਿਟਿੰਗ ਬਿਟਵੀਨ ਐਲ ਐਂਡ ਐਮ। ਐਲ ਅਤੇ ਐਮ ਦੇ ਵਿਚਕਾਰ ਕੌਣ ਬੈਠਾ ਹੈਗਾ? ਐਲ ਅਤੇ ਐਮ ਦੇ ਵਿਚਕਾਰ, ਐਲ ਅਤੇ ਐਮ ਦੇ ਵਿਚਕਾਰ ਕੌਣ ਬੈਠਾ ਹੈਗਾ? ਐਨ। ਤਾਂ ਸਾਡਾ ਇਹਦਾ 12ਵੇਂ ਸਵਾਲ ਦਾ ਉੱਤਰ ਕੀ ਆ ਜਾਵੇਗਾ? ਐਨ ਆ ਜਾਵੇਗਾ। 12ਵੇਂ ਸਵਾਲ ਦਾ ਸਾਡਾ ਉੱਤਰ ਕੀ ਆ ਜਾਵੇਗਾ? ਐਨ। ਅਸੀਂ ਅੱਗੇ 13ਵੇਂ ਸਵਾਲ 'ਤੇ ਚੱਲਦੇ ਹਾਂ। 13ਵਾਂ ਸਵਾਲ ਸਾਨੂੰ ਡਾਇਗਰਾਮ ਅਸੀਂ ਪੁਰਾਣੀ ਹੀ ਡਰਾ ਕਰ ਲੈਂਦੇ ਹਾਂ, ਕਿਉਂਕਿ ਇਹ ਜਿਹੜਾ ਸਵਾਲ ਆ ਇਹ ਵੀ ਉਸੇ ਨਾਲ ਹੀ ਰਿਲੇਟਡ ਹੈ। ਅਸੀਂ ਪਹਿਲਾਂ ਵਾਲਾ ਜਿਹੜੀ ਡਾਇਗਰਾਮ ਬਣਾਈ ਸੀ ਉਸ ਨੂੰ ਅਸੀਂ ਦੇਖ ਕੇ ਦੁਬਾਰਾ ਡਰਾ ਕਰ ਲੈਂਦੇ ਹਾਂ। ਇੱਥੇ ਕੇ ਆਈ ਸੀ, ਜੇ, ਕਿਊ, ਐਲ, ਐਨ, ਐਮ, ਓ ਅਤੇ ਇੱਥੇ ਹੈਗੀ ਸੀ ਪੀ। ਤਾਂ ਹੁਣ ਸਾਡੇ ਕੋਲ ਸਵਾਲ ਹੈਗਾ, ਕਹਿੰਦਾ ਵਿਚ ਆਫ ਦੀ ਫੋਲੋਇੰਗ ਪੇਅਰ ਪਰਸਨਜ਼
ਰੀਪ੍ਰੈਜੈਂਟਸ ਓਜ਼ ਨੇਬਰਸ, ਹੇਠ ਲਿਖਿਆਂ ਵਿੱਚੋਂ ਕਿਹੜਾ ਗੁਆਂਢੀ ਓ ਦੇ ਗੁਆਂਢੀਆਂ ਨੂੰ ਦਰਸਾਉਂਦਾ ਹੈ? ਤਾਂ ਓ ਦੇ ਗੁਆਂਢੀ ਕਿਹੜੇ ਕਿਹੜੇ ਨੇ? ਐਮ ਅਤੇ ਪੀ, ਜਾਂ ਪੀ ਅਤੇ ਐਮ ਦੇਖ ਲਓ ਜਾਂ ਐਮ ਅਤੇ ਪੀ। ਤਾਂ ਸਾਡੀ ਚੌਥੀ ਆਪਸ਼ਨ ਜਿਹੜੀ ਆ ਸਹੀ ਹੈ। ਇਸੇ ਤੋਂ ਅਸੀਂ 14ਵਾਂ ਸਵਾਲ ਕਰਦੇ ਹਾਂ। ਹੂ ਇਜ਼ ਦਾ, ਦੇਖੋ ਜਦੋਂ ਇੱਕ ਵਾਰੀ ਚਿੱਤਰ ਡਰਾ ਹੋ ਗਿਆ, ਸਹੀ ਚਿੱਤਰ, ਤੁਸੀਂ ਉਹ 'ਤੇ ਟਾਈਮ ਲਾਉਣਾ ਗਾ, ਤਾਂ ਉਸ ਤੋਂ ਬਾਅਦ ਜਿਹੜੇ ਸਵਾਲ ਨੇ ਉਹਦੇ ਆਨਸਰ ਬੜੇ ਆਸਾਨ ਹੋ ਜਾਣਗੇ। ਕੇ ਦੇ ਸੱਜੇ ਪਾਸੇ ਕੌਣ ਬੈਠਾ ਹੈ? ਹੂ ਇਜ਼ ਟੂ ਇਮੀਡੀਏਟ ਰਾਈਟ ਆਫ ਕੇ, ਕੇ ਦੇ ਸੱਜੇ ਪਾਸੇ ਕੌਣ ਬੈਠਾ ਹੈ? ਤਾਂ ਕੇ ਦੇ ਇੱਕ ਪਾਸੇ ਪੀ ਹੈ, ਇੱਕ ਪਾਸੇ ਜੇ, ਪਰ ਉਹਨੇ ਸਾਨੂੰ ਸੱਜੇ ਪਾਸੇ ਕਿਹਾ। ਜਦੋਂ ਕੇ ਦਾ ਮੂੰਹ ਅੰਦਰਲੇ ਪਾਸੇ ਨੂੰ ਹੈ ਤਾਂ ਸੱਜੇ ਪਾਸੇ ਕੌਣ ਹੋ ਗਿਆ? ਤਾਂ ਕੇ ਦੇ ਸੱਜੇ ਪਾਸੇ ਕੌਣ ਬੈਠਾ ਹੈ? ਜੇ ਬੈਠਾ ਹੈ। ਕੇ ਦੇ ਸੱਜੇ ਪਾਸੇ ਕੌਣ ਬੈਠਾ ਹੈ? ਜੇ। ਉਮੀਦ ਆ ਤੁਹਾਨੂੰ ਇਹ 12ਵਾਂ 13ਵਾਂ ਅਤੇ 14ਵਾਂ ਸਵਾਲ, ਕਿਉਂਕਿ ਬੜੀ ਤਰੀਕੇ ਨਾਲ ਤੁਹਾਨੂੰ ਸਮਝਾਇਆ, ਸਮਝ ਆ ਗਏ ਹੋਣੇ ਹੈਗੇ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂਗੇ, ਸਾਡੇ 15ਵੇਂ ਸਵਾਲ ਵੱਲ ਚੱਲਦੇ ਹਾਂ। ਸਾਡਾ 15ਵਾਂ ਸਵਾਲ ਮੈਂਟਲ ਐਬਿਲਿਟੀ ਦਾ ਇਹ ਲਾਸਟ ਸਵਾਲ ਆ ਸਾਡਾ। ਅਰੇਂਜ ਦਾ ਵਰਡਸ ਗਿਵਨ ਬਿਲੋ ਇਨ ਏ ਮੀਨਿੰਗਫੁਲ ਸੀਕੁਐਂਸ। ਹੁਣ ਤੁਸੀਂ ਧਿਆਨ ਦਿਓ, ਸਭ ਤੋਂ ਪਹਿਲਾਂ ਨੇਸ਼ਨ ਦਿੱਤਾ, ਨੇਸ਼ਨ ਮਤਲਬ ਕੋਈ ਦੇਸ਼, ਫਿਰ ਵਿਲੇਜ ਯਾਨੀ ਪਿੰਡ, ਸਿਟੀ ਸ਼ਹਿਰ, ਡਿਸਟ੍ਰਿਕਟ ਜ਼ਿਲ੍ਹਾ, ਰਾਜ, ਇਹਨਾਂ ਨੂੰ ਅਸੀਂ ਸੀਰੀਜ਼ 'ਚ ਲਗਾਉਣਾ ਹੈ। ਦੇਖੋ ਜਾਂ ਤਾਂ ਦੇਸ਼ ਪਹਿਲਾਂ ਆ ਸਕਦਾ, ਦੇਸ਼ ਯਾਨੀ ਕਿ ਦੇਸ਼ ਤੋਂ ਬਾਅਦ ਫਿਰ ਰਾਜ, ਰਾਜ ਤੋਂ ਬਾਅਦ ਜ਼ਿਲ੍ਹਾ, ਜ਼ਿਲ੍ਹੇ ਤੋਂ ਬਾਅਦ ਸ਼ਹਿਰ, ਸ਼ਹਿਰ ਤੋਂ ਬਾਅਦ ਪਿੰਡ। ਅਤੇ ਹੁਣ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਪਿੰਡ ਤੋਂ ਸ਼ੁਰੂ ਕੀਤਾ ਜਾਂ ਦੇਸ਼ ਤੋਂ ਸ਼ੁਰੂ ਕੀਤਾ। ਤਾਂ ਸਾਡੀਆਂ ਜਿਹੜੀਆਂ ਆਪਸ਼ਨਾਂ ਨੇ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਾਂ ਤਾਂ 2-2 ਆ ਪਹਿਲੀ ਆਪਸ਼ਨ, ਜਾਂ 1-1 ਆ। 2-2 ਹਾਂ, ਜਾਂ ਤਾਂ ਪਿੰਡ ਆ ਸਕਦਾ ਜਾਂ ਦੇਸ਼ ਆ ਸਕਦਾ, ਦੋਨੋਂ ਆ ਸਕਦੇ ਨੇ। ਅਸੀਂ ਦੇਖਦੇ ਹਾਂ ਜੇ ਅਸੀਂ ਲਗਾਤਾਰ ਬਣਾਈਏ, ਪਹਿਲੀ ਆਪਸ਼ਨ ਦੇਖੀਏ, 2 ਤੋਂ ਬਾਅਦ 3 ਪਿੰਡ, ਪਿੰਡ ਤੋਂ ਬਾਅਦ ਸ਼ਹਿਰ, ਸ਼ਹਿਰ ਤੋਂ ਬਾਅਦ ਜ਼ਿਲ੍ਹਾ, ਜ਼ਿਲ੍ਹੇ ਤੋਂ ਬਾਅਦ ਰਾਜ, ਅਤੇ ਰਾਜ ਤੋਂ ਬਾਅਦ ਦੇਸ਼। ਪਹਿਲੀ ਆਪਸ਼ਨ ਵੀ ਸਹੀ ਲੱਗ ਰਹੀ ਹੈਗੀ। ਅਸੀਂ ਦੂਸਰੀ ਆਪਸ਼ਨ ਚੈੱਕ ਕਰਦੇ ਹਾਂਗੇ। ਪਹਿਲਾਂ ਪਿੰਡ ਯਾਨੀ ਕਿ ਪਿੰਡ ਆ ਗਿਆ 2, ਫਿਰ ਸ਼ਹਿਰ, ਸ਼ਹਿਰ ਤੋਂ ਬਾਅਦ ਜ਼ਿਲ੍ਹਾ, ਜ਼ਿਲ੍ਹੇ ਤੋਂ ਬਾਅਦ ਇਹਨਾਂ ਨੇ ਫਿਰ ਕੀ ਆ 1 ਨੰਬਰ ਯਾਨੀ ਕਿ ਦੇਸ਼ ਆ ਗਿਆ, ਅਤੇ ਦੇਸ਼ ਤੋਂ ਬਾਅਦ ਰਾਜ। ਇਹ ਸਾਡਾ ਕੀ ਆ, ਇਹ ਸਹੀ ਨਹੀਂ ਹੈਗੀ। ਇਹ 'ਤੇ ਅਸੀਂ ਕਾਂਟੀ ਲਾ ਲੈਂਦੇ ਇੱਕ ਵਾਰੀ, ਕਿਉਂਕਿ ਦੂਸਰੀ ਆਪਸ਼ਨ ਸਾਡੀ ਸਹੀ ਨਹੀਂ ਹੈਗੀ। ਤੀਸਰੀ ਆਪਸ਼ਨ ਦੇ ਵਿੱਚ ਵੀ ਇਹਨਾਂ ਨੇ ਪਹਿਲਾਂ ਦੇਸ਼, ਦੇਸ਼ ਤੋਂ ਬਾਅਦ ਇਹਨਾਂ ਨੇ ਸ਼ਹਿਰ ਦੇਤਾ, ਸ਼ਹਿਰ ਤੋਂ ਬਾਅਦ ਇਹਨਾਂ ਨੇ ਰਾਜ ਦੇਤਾ। ਇਹ ਵੀ ਪੋਸੀਬਲ ਨਹੀਂ ਹੈਗੀ, ਸਹੀ ਨਹੀਂ ਹੈਗੀ। ਲਾਸਟ ਆਪਸ਼ਨ ਵੀ ਇੱਕ ਵਾਰੀ ਚੈੱਕ ਕਰ ਲੈਂਦੇ ਅਸੀਂ। 1 ਨੰਬਰ 'ਤੇ ਦੇਸ਼, ਦੇਸ਼ ਤੋਂ ਬਾਅਦ ਫਿਰ ਪਿੰਡ, ਪਿੰਡ ਤੋਂ ਬਾਅਦ ਸ਼ਹਿਰ, ਜ਼ਿਲ੍ਹਾ, ਇਹ ਉਸੇ ਤਰ੍ਹਾਂ ਹੀ ਦੇਤੀ। ਇਹ ਵੀ ਸਹੀ ਨਹੀਂ ਹੈਗੀ। ਅਸੀਂ ਪਹਿਲੀ ਆਪਸ਼ਨ ਵੱਲ ਦੇਖੋ ਧਿਆਨ ਨਾਲ ਤੁਸੀਂ। ਸਭ ਤੋਂ ਪਹਿਲਾਂ 2, ਸਭ ਤੋਂ ਪਹਿਲਾਂ ਕੀ ਆਇਆ ਸਾਡਾ? ਪਿੰਡ। ਸਭ ਤੋਂ ਪਹਿਲਾਂ ਪਿੰਡ, ਪਿੰਡ ਤੋਂ ਬਾਅਦ ਫਿਰ ਸ਼ਹਿਰ, ਸ਼ਹਿਰ ਤੋਂ ਬਾਅਦ 4 ਨੰਬਰ ਸਾਡਾ ਕੀ ਆ? ਜ਼ਿਲ੍ਹਾ, ਜ਼ਿਲ੍ਹੇ ਤੋਂ ਬਾਅਦ ਫਿਰ 5 'ਤੇ ਸਾਡਾ ਕੀ ਆ? ਰਾਜ। ਇਹ ਰਾਜ ਤੋਂ ਵੱਡਾ ਕੀ ਹੁੰਦਾ ਸਾਡਾ? ਦੇਸ਼। ਤਾਂ ਇਹਦਾ ਮਤਲਬ ਸਾਡੀ ਜਿਹੜੀ ਪਹਿਲੀ ਆਪਸ਼ਨ ਆ ਉਹ ਬਿਲਕੁਲ ਸਹੀ ਹੈ। ਤਾਂ ਉਮੀਦ ਕਰਦਾ ਪਿਆਰੇ ਵਿਦਿਆਰਥੀਓ ਤੁਹਾਨੂੰ ਇਹ 15 ਸਵਾਲ ਬੜੇ ਡਿਟੇਲ ਦੇ ਵਿੱਚ ਆਪਾਂ ਅੱਜ ਇੱਥੇ ਹੱਲ ਕੀਤੇ ਨੇ, ਅਤੇ ਉਮੀਦ ਆ ਵੀ ਤੁਹਾਨੂੰ ਇਹ ਜਿਹੜਾ ਗੂਗਲ ਸ਼ੀਟ ਦੇ ਉੱਤੇ ਟੈਸਟ ਆਇਆ ਸੀਗਾ ਤੁਹਾਡਾ ਸਾਰਿਆਂ ਦਾ ਵਧੀਆ ਵੀ ਹੋਇਆ ਹੋਣਾ। ਅਤੇ ਇਹ ਤੁਹਾਨੂੰ ਹੱਲ ਕਰਕੇ ਦਿਖਾਉਣ ਦਾ ਮਕਸਦ ਇਹੀ ਹੈ ਵੀ ਤੁਹਾਡੇ ਮਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਦੁਵਿਧਾ ਨਾ ਰਹੇ। ਅਤੇ ਜਿੰਨੀ ਤੁਸੀਂ ਇਹਨਾਂ ਸਵਾਲਾਂ ਦੀ ਪ੍ਰੈਕਟਿਸ ਕਰੋਗੇ ਉਨੇ ਹੀ ਤੁਸੀਂ ਤੇਜ਼ੀ ਨਾਲ ਇਹਨਾਂ ਸਵਾਲਾਂ ਨੂੰ ਸਹੀ ਕਰ ਸਕਦੇ ਹੋ। ਇੱਕ ਵਾਰੀ ਫੇਰ ਉਮੀਦ ਕਰਦਾ ਤੁਹਾਨੂੰ ਇਹ ਜਿਹੜੇ ਆਪਾਂ ਅੱਜ ਸਵਾਲ ਸੋਲਵ ਕੀਤੇ ਨੇ ਲਾਜ਼ਮੀ ਉਸ ਦਾ ਫਾਇਦਾ ਹੋਵੇਗਾ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।